Good morning, students. Today we will revise prepositions. The preposition is placed before the noun or the pronoun or any other word like a noun. Okay. It shows the relation with such other words. Okay. So, students, firstly we will revise definition of preposition. Okay. Preposition is a word which shows relation of a subject or an object with the other subject or the object in this sentence. Okay. Now students मैं ਇਹਨੂੰ डिफाइन करदी ਹਾਂ इस डेफिनेशन ਨੂੰ एग्जांपल ਦੇ ਥਰੂ ਤੁਹਾਨੂੰ ਦੱਸਣ ਲੱਗਦੀ ਹਾਂ ਵੀ ਇਹਦੇ ਵਿੱਚ ਕੀ ਗੱਲ ਕੀਤੀ ਹੈ ਰਿਲੇਸ਼ਨ ਕਿਵੇਂ ਆਬਜੈਕਟ ਸਬਜੈਕਟ ਦੀ ਗੱਲ ਕੀਤੀ ਹੈ now you can see example the cat is under the table now the question is where is cat ਕਿੱਥੇ ਹੈ under the table okay no one understand the position ਜੇ ਅੰਡਰ ਨਾ ਲੱਗਾ ਹੋਵੇ ਤਾਂ ਕਿਸੇ ਨੂੰ ਪੋਜੀਸ਼ਨ ਨਹੀਂ ਪਤਾ ਹੋਊਗੀ ਕੈਟ ਦੀ ਪੋਜੀਸ਼ਨ ਕਿਹੜੀ ਹੈ ਠੀਕ ਹੈ ਸੋ ਅੰਡਰ ਜਿਹੜਾ ਹੈ ਰਾਜੇ ਅੰਡਰ ਸ਼ੋਜ਼ ਦੀ ਰਿਲੇਸ਼ਨ ਬਿਟਵੀਨ ਟੇਬਲ ਐਂਡ ਕੈਟ ਠੀਕ ਹੈ ਜੇ ਅੰਡਰ ਨਾ ਹੋਵੇ ਤਾਂ ਪੋਜੀਸ਼ਨ ਆਫ ਕੈਟ ਨਾਟ ਕਲੀਅਰ ਤਾਂ ਪੋਜੀਸ਼ਨ ਜਿਹੜੀ ਇਹਦੀ ਕਲੀਅਰ ਨਹੀਂ ਹੋਊਗੀ ਠੀਕ ਹੈ ਸੋ ਅੰਡਰ ਜਿਹੜਾ ਹੈਗਾ ਇਹ ਆਪਾਂ ਕੈਟ ਤੇ ਟੇਬਲ ਦੀ ਸਬਜੈਕਟ ਆਬਜੈਕਟ ਦੀ ਆਪਾਂ ਗੱਲ ਕਰੀਏ ਤਾਂ ਉਹ ਪ੍ਰੈਪੋਜੀਸ਼ਨ ਜਿਹੜੀ ਇੱਕ ਰਿਲੇਸ਼ਨ ਕ੍ਰੀਏਟ ਕਰ ਰਹੀ ਹੈ ਉਹਦੇ ਥਰੂ ਆਪਾਂ ਨੂੰ ਉਹ ਚੀਜ਼ ਕਲੀਅਰ ਹੋ ਰਹੀ ਹੈ ਠੀਕ ਹੈ ਵੀ ਹਾਂ ਉਹਦੇ ਥੱਲੇ ਆ ਸਮਝ ਗਏ ਨਾ So students now we are going to revise prepositions of time ठीक है ਇਹਦੇ ਸੰਬੰਧਿਤ ਜਿਹੜੀਆਂ ਹੈਗੀਆਂ prepositions ਆਪਾਂ ਪਹਿਲਾਂ ਰਿਵਾਈਜ਼ ਕਰਾਂਗੇ ਇਹਦੇ ਵਿੱਚ ਫਰਸਟ ਹੈਗੀ ਆ at usually denotes a definite point of time or a specific time ਇੱਕ ਖਾਸ ਟਾਈਮ ਨੂੰ ਜਿਹੜਾ ਹੈਗਾ ਹੈ ਸਮੇਂ ਦੇ ਖਾਸ ਪੀਰੀਅਡ ਨੂੰ ਦੇ ਲਈ ਆਪਾਂ ਇਹਨੂੰ ਯੂਜ਼ ਕਰਦੇ ਹਾਂ at ਨੂੰ ਫੋਰ ਐਗਜ਼ਾਮਪਲ at 3 o'clock at midnight ਠੀਕ ਹੈ ਇਹਨਾਂ ਕੰਡੀਸ਼ਨ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਇਸ ਤੋਂ ਇਲਾਵਾ ਐਟ ਦ ਬਿਗਨਿੰਗ ਆਫ ਕਲਾਸ ਇੱਦਾਂ ਲਗਾਉਣਾ ਹੈ ਤੁਸੀਂ ਐਟ ਯੂਜ਼ ਕਰਦੇ ਆ ਐਟ ਦ ਐਂਡ ਆਫ ਦੀ ਮੀਟਿੰਗ ਐਟ ਨਾਈਟ ਐਟ ਕ੍ਰਿਸਮਸ ਐਟ ਦੀਵਾਲੀ ਮਤਲਬ ਕੁਛ ਵੀ ਹੋ ਸਕਦਾ ਰਾਜੇ ਇੱਦਾਂ ਐਟ ਜਿਹੜਾ ਹੈਗਾ ਜਿੱਥੇ ਜਿਹੜੇ ਹੈਗੇ ਆ ਸਮੇਂ ਦੇ ਬਾਰੇ ਵਿੱਚ ਖਾਸੀਅਤ ਆਪਾਂ ਗੱਲ ਕਰੀਏ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਫੁੱਲ ਲਾਈਨ ਦੇ ਵਿੱਚ ਲੈ ਲਓ ਆਰ ਸਕੂਲ ਬਿਗਿਨਸ ਐਟ 7 o'clock 7 ਹੁਣ ਸਪੈਸੀਫਿਕ ਟਾਈਮ ਦੀ ਗੱਲ ਹੋ ਗਈ ਆਈ ਵੋਕ ਅਪ ਇਹਨੇ ਮਿਡਨਾਈਟ ਨੂੰ ਉੱਠਿਆ ਠੀਕ ਹੈ ਜਾਗਿਆ ਸੋ ਇਹ ਇੱਕ ਸਪੈਸੀਫਿਕ ਪੂਰਾ ਟਾਈਮ ਉਹਨੇ ਦੱਸਿਆ ਖਾਸੀਅਤ ਹੋ ਗਈ ਉਸ ਟਾਈਮ ਦੀ ਠੀਕ ਹੈ ਵੀ ਇੰਨੇ 'ਤੇ ਆ ਹੁੰਦਾ ਇੰਨੇ 'ਤੇ ਆ ਕੀਤਾ ਸੋ ਇੱਥੇ ਸਟੂਡੈਂਟ ਆਪਾਂ ਐਟ ਯੂਜ਼ ਕਰਾਂਗੇ ਹੁਣ ਮਾਈ ਡੀਅਰ ਸਟੂਡੈਂਟਸ ਨਾਓ ਵੀ ਵਿਲ ਰਿਵਾਈਜ਼ ਨੈਕਸਟ ਪ੍ਰੈਪੋਜੀਸ਼ਨ ਔਨ ਸੋ ਸਟੂਡੈਂਟਸ ਔਨ ਇਜ਼ ਯੂਜ਼ਡ ਵਿਦ ਡੇਜ਼ ਐਂਡ ਡੇਟਸ ਔਨ ਜਿਹੜਾ ਰਾਜੇ ਦਿਨਾਂ ਦੇ ਨਾਮ ਅਤੇ ਜਿਹੜੇ ਡੇਟਸ ਦੇ ਨਾਲ ਜ਼ਿਆਦਾਤਰ ਆਪਾਂ ਯੂਜ਼ ਕਰਦੇ ਹਾਂ ਔਨ ਮੰਡੇ ਔਨ December 5th December ਔਨ ਦੀ ਦੀਵਾਲੀ ਡੇ on Christmas Eve on the evening of 6th March okay ਇੱਦਾਂ ਜਿਹੜਾ ਹੈਗਾ ਤੁਸੀਂ on days and simple ਤੁਸੀਂ wording ਦੇ ਵਿੱਚ ਇਹਨੂੰ ਇਹ ਯਾਦ ਰੱਖਣਾ ਹੈ ਵੀ on ਜਿਹੜਾ ਹੈਗਾ days and dates ਦੇ ਨਾਲ ਤੁਸੀਂ ਲਗਾਉਣੇ ਅੱਗੇ ਰਾਜੇ ਆ ਗਿਆ in ਜਿਹੜਾ ਹੈ in is used with parts of the day month year ਤੇ season ਠੀਕ ਹੈ ਰਾਜੇ in ਜਿਹੜਾ ਹੈਗਾ ਇਹ parts of the day ਠੀਕ ਹੈ ਇਹਨਾਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਹਿੱਸੇ ਲਈ ਠੀਕ ਹੈ ਹਿੱਸੇ ਦੀ ਗੱਲ ਕਰੀਏ ਆਪਾਂ ਦਿਨਾਂ ਦੀ ਗੱਲ ਕਰਦੇ ਦਿਨ ਦੇ ਦੀ ਜਾਂ ਮਹੀਨੇ ਦੀ ਜਾਂ ਸਾਲਾਂ ਦੇ ਦੀ ਜਾਂ ਰੁੱਤਾਂ ਦੇ ਦੀ ਗੱਲ ਕਰਦੇ ਤਾਂ ਉਸ ਟਾਈਮ ਜਿਹੜਾ ਇਹਨੂੰ ਯੂਜ਼ ਕੀਤਾ ਜਾਂਦਾ ਫੋਰ ਐਗਜ਼ਾਮਪਲ ਇਨ ਦਾ ਮੋਰਨਿੰਗ ਇਨ ਦਾ ਆਫਟਰਨੂਨ ਇਨ ਦਾ ਈਵਨਿੰਗ ਠੀਕ ਹੈ ਇਨ ਸਮਰ ਇਨ ਵਿੰਟਰ ਇਨ ਮਾਰਚ ਇਨ 1984 ਇਹ ਐਗਜ਼ਾਮਪਲ ਥਰੂ ਰਾਜੇ ਤੁਹਾਨੂੰ ਕਲੀਅਰ ਹੋ ਰਿਹਾ ਹੋਊਗਾ ਵੀ ਇਨ ਜਿਹੜਾ ਹੈਗਾ ਇਟ ਇਜ਼ ਯੂਜ਼ਡ ਵਿਦ ਪਾਰਟ ਆਫ ਡੇ ਠੀਕ ਹੈ ਪਾਰਟ ਆਫ ਡੇ ਕੀ ਹੋ ਗਿਆ ਇਨ ਮੋਰਨਿੰਗ ਦਿਨ ਦੇ ਪਾਰਟ ਇਹੀ ਹੈ ਨਾ ਮੋਰਨਿੰਗ ਟਾਈਮ ਈਵਨਿੰਗ ਟਾਈਮ ਆਫਟਰਨੂਨ ਇਨ ਦੀ ਆਫਟਰਨੂਨ ਇਨ ਦੀ ਮੋਰਨਿੰਗ ਇਹਦੇ ਪਾਰਟ ਜਾਂ ਮੰਥ ਦੇ ਉਵੇਂ ਹੋ ਗਿਆ ਠੀਕ ਹੈ ਮੰਥ ਦੇ ਵਿੱਚ ਵੀ ਆਪਾਂ ਗੱਲ ਕਰ ਸਕਦੇ ਹਾਂ ਵਿੰਟਰ ਸੀਜ਼ਨ ਦੀ ਗੱਲ ਕਰ ਸਕਦੇ ਹਾਂ ਆਪਾਂ ਸਮਰ ਸੀਜ਼ਨ ਦੀ ਗੱਲ ਕਰ ਸਕਦੇ ਹਾਂ ਇਸ ਤੋਂ ਇਲਾਵਾ ਇਨ 1984 ਜਿਵੇਂ ਲਿਖਿਆ ਜਾਂ 1985 ਮਤਲਬ ਉਹਦੇ ਵਿੱਚ ਜਿਹੜੇ ਉਹਦੇ ਹਿੱਸਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਇਸ ਟਾਈਮ ਠੀਕ ਹੈ ਦੈਨ ਆਪਾਂ ਉੱਥੇ ਇਨ ਯੂਜ਼ ਕਰਦੇ ਹਾਂ ਠੀਕ ਹੈ ਇਸ ਤੋਂ ਇਲਾਵਾ ਕਈ ਗ੍ਰਾਮਰ ਅਤੇ ਹੋਰ ਐਗਜ਼ਾਮਪਲਸ ਆ ਰਾਜੇ ਉੱਥੋਂ ਤੁਹਾਨੂੰ ਹੋਰ ਜ਼ਿਆਦਾ ਇਹਦੇ ਬਾਰੇ ਕਲੀਅਰ ਹੋਊਗਾ ਠੀਕ ਹੈ ਤੁਸੀਂ ਉਹ ਐਗਜ਼ਾਮਪਲ ਬਾਕੀ ਨਾਲ ਦੀ ਨਾਲ ਹੋਰ ਮੈਂ ਐਗਜ਼ਾਮਪਲ ਤੁਹਾਨੂੰ ਕਰਵਾਉਂਗੀ ਹੋਰ ਜ਼ਿਆਦਾ ਤੁਹਾਨੂੰ ਕਲੀਅਰ ਹੋਊਗਾ ਸਿੰਪਲ ਰਾਜੇ ਸਿੰਪਲ ਵਰਡਿੰਗ ਦੇ ਵਿੱਚ ਆਪਾਂ ਇਨ ਇਜ਼ ਯੂਜ਼ਡ ਵਿਦ ਪਾਰਟ ਆਫ ਦੀ ਡੇ ਮੰਥ ਈਅਰ ਸੀਜ਼ਨ ਐਵੇਂ ਔਨ ਆ ਜਿਹੜਾ ਔਨ ਇਜ਼ ਯੂਜ਼ਡ ਵਿਦ ਡੇਜ਼ ਐਂਡ ਡੇਟਸ ਸੋ ਇੱਥੇ ਜਿਹੜਾ ਇਹਨਾਂ ਨਾਲ ਇਹੀ ਹਲਕਾ ਕੰਪੈਰੀਜ਼ਨ ਹੈ ਇਹ ਤੁਸੀਂ ਥੋੜ੍ਹਾ ਬਸ ਇੱਥੋਂ ਹੀ ਯਾਦ ਰੱਖਣਾ ਠੀਕ ਹੈ ਕੋਈ ਡਿਫੀਕਲਟੀ ਨਹੀਂ ਹੈਗੀ ਇਹਦੇ 'ਚ ਈਜ਼ੀ ਹੈ ਰਾਜੇ ਇਹਦੇ 'ਚ ਇਸ ਤੋਂ ਇਲਾਵਾ ਤੁਸੀਂ ਇਨ ਜਿਹੜਾ ਹੈਗਾ ਇਹਦੇ 'ਚ ਮੇਨ ਪੁਆਇੰਟ ਆ ਇਹਨੂੰ ਤੁਸੀਂ ਸਪੈਸ਼ਲ ਜਿਹੜਾ ਹੈਗਾ ਮਾਰਕ ਕਰਨਾ ਇਨ ਇਜ਼ ਯੂਜ਼ਡ ਵਿਦ ਦੀ ਫਿਊਚਰ ਦੇ ਨਾਲ ਵੀ ਰਾਜੇ ਇਨ ਜਿਹੜਾ ਯੂਜ਼ ਹੋ ਜਾਂਦਾ ਫਿਊਚਰ ਟੈਂਸ ਟੂ ਸ਼ੋ ਦ ਪੀਰੀਅਡ ਇਨ ਵਿਚ ਐਨ ਐਕਸ਼ਨ ਵਿਲ ਹੈਪਨ ਠੀਕ ਹੈ ਫੋਰ ਐਗਜ਼ਾਮਪਲ ਫਿਊਚਰ ਦੇ ਵਿੱਚ ਕਿਵੇਂ ਯੂਜ਼ ਹੁੰਦਾ ਆਈ ਸ਼ੈਲ ਰੀਚ ਇਨ 2 hours 2 ਘੰਟਿਆਂ ਵਿੱਚ ਪਹੁੰਚੂਗੀ
ਜੂੰਗਾ, ਠੀਕ ਹੈ। ਫਿਊਚਰ ਦੀ ਗੱਲ ਹੋ ਗਈ, ਇਨ ਇਸ ਟਾਈਮ ਦੇ ਵਿੱਚ ਵੀ ਤੁਸੀਂ ਇਨ ਨੂੰ ਯੂਜ਼ ਕਰ ਲਈ, ਇਨ ਯੂਜ਼ ਕਰ ਲੈਣ, ਠੀਕ ਹੈ। ਜਦੋਂ ਫਿਊਚਰ ਦੀ ਗੱਲ ਹੋ ਰਿਹਾ, ਇਨ ਇਜ਼ ਆਲਸੋ ਯੂਜ਼ਡ ਵਿਦ ਦ ਫਿਊਚਰ ਟੈਂਸ ਟੂ ਸ਼ੋ ਦ ਪੀਰੀਅਡ ਇਨ ਵਿਚ ਐਨ ਐਕਸ਼ਨ ਵਿਲ ਹੈਪਨ। ਪੀਰੀਅਡ ਸ਼ੋ ਵੀ ਕਦੋਂ ਜਿਹੜਾ ਐਕਸ਼ਨ ਜਿਹੜਾ ਉਹ ਵਾਪਰੂਗਾ। ਵੀ ਉਹਨੇ ਕਿਹਾ ਵਾ ਨਾ ਮੈਂ 2 ਘੰਟਿਆਂ ਵਿੱਚ ਪਹੁੰਚ ਜੂੰਗਾ, ਠੀਕ ਹੈ। ਸੋ ਆਈ ਸ਼ੈਲ ਰੀਚ ਇਨ ਯੂਜ਼ ਹੋਊਗਾ ਇੱਥੇ, ਠੀਕ ਹੈ। ਵੀ ਸ਼ੈਲ ਕੰਪਲੀਟ ਇਟ ਇਨ ਅ ਫਿਊ ਆਰਸ, ਥੋੜ੍ਹੇ ਟਾਈਮ ਦੇ ਵਿੱਚ ਦੀ ਹੁਣ ਗੱਲ ਕੀਤੀ ਆ ਫਿਊ ਆਰ, ਸੋ ਇੱਥੇ ਵੀ ਜਿਹੜਾ ਫਿਊਚਰ ਦੀ ਗੱਲ ਹੋ ਰਹੀ ਹੈ, ਸੋ ਇਸ ਲਈ ਇੱਥੇ ਇਨ ਯੂਜ਼ ਹੋਇਆ, ਠੀਕ ਹੈ ਰਾਜੇ। ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ। ਇਸ ਤੋਂ ਇਲਾਵਾ ਰਾਜੇ ਡਿਫਰੈਂਸ ਬਿਟਵੀਨ ਇਨ ਐਂਡ ਵਿਦ ਇਨ ਦੇ ਵਿੱਚ ਕੀ ਡਿਫਰੈਂਸ ਆ। ਵਿਦ ਇਨ ਜਦੋਂ ਆ ਜਾਂਦਾ ਹੈ ਜਾਂ ਇਨ ਆ ਜਾਂਦਾ ਤਾਂ ਉਹਦੇ 'ਚ ਕੀ ਡਿਫਰੈਂਸ ਆ। ਇਨ ਇਜ਼ ਯੂਜ਼ਡ ਫॉर ਐਟ ਦੀ ਐਂਡ ਆਫ ਏ ਟਾਈਮ। ਇਨ ਰਾਜੇ ਯੂਜ਼ ਹੁੰਦਾ ਹੈ ਫॉर ਐਟ ਦੀ ਐਂਡ ਆਫ ਏ ਟਾਈਮ ਪੀਰੀਅਡ, ਠੀਕ ਹੈ। ਵਿਦ ਇਨ ਜਿਹੜਾ ਯੂਜ਼ ਹੁੰਦਾ ਹੈ ਫॉर ਏ ਡਿਊਰੇਸ਼ਨ ਪੀਰੀਅਡ ਦੀ ਐਂਡ ਆਫ ਅ ਪੀਰੀਅਡ। ਫॉर ਐਗਜ਼ਾਮਪਲ ਇਹਦੀ ਐਗਜ਼ਾਮਪਲ ਲਿਖ ਲਓ, I shall be back in a week. Okay, I shall be back within a week. ਠੀਕ ਹੈ। ਇਹੀ ਜਿਹੜਾ ਇਹਦੇ ਵਿੱਚ ਜਿਹੜਾ ਹੈਗਾ ਡਿਫਰੈਂਸ ਹੈਗਾ ਦੋਨਾਂ ਦੇ ਵਿੱਚ, ਇਨ ਇਜ਼ ਯੂਜ਼ਡ ਵਿਦ ਫॉर ਐਟ ਦੀ ਐਂਡ ਆਫ ਏ ਟਾਈਮ ਪੀਰੀਅਡ, ਠੀਕ ਹੈ। ਵਿਦ ਇਜ਼ ਯੂਜ਼ਡ ਵਿਦ ਏ ਡਿਊਰੇਸ਼ਨ ਬਿਟਵੀਨ ਦ ਐਂਡ ਆਫ ਦੀ ਟਾਈਮ। ਵੀ ਆਪਾਂ ਗੱਲ ਕਰ ਰਹੇ ਹਾਂ ਵੀ ਹਾਂ ਬਿਫੋਰ, ਜਾਂ ਆਪਾਂ ਜਦੋਂ ਇਹਦੇ ਵਿੱਚ ਇੱਕ ਚੀਜ਼ ਦਾ ਤੁਸੀਂ ਇਹਨਾਂ ਦੋਨਾਂ ਸੈਂਟੈਂਸਾਂ ਨੂੰ ਜਿਹੜਾ ਹੈਗਾ ਆਪਾਂ ਅਲੱਗ-ਅਲੱਗ ਵੇ ਦੇ ਨਾਲ ਆਪਾਂ ਦੇਖ ਸਕਦੇ ਹਾਂ, ਠੀਕ ਹੈ। ਹੁਣ ਇਹ ਜਿਹੜੇ ਦੋਨੇ ਸੈਂਟੈਂਸ ਆ ਕਿਵੇਂ, ਠੀਕ ਹੈ। ਸੋ ਇੱਥੇ ਜਿਹੜਾ ਹੈਗਾ ਰਾਜੇ, ਇੱਥੇ ਇਹਨੂੰ ਕੇਅਰਫੁਲੀ ਜਿਹੜਾ ਇਸ ਨੂੰ ਨੋਟ ਕਰਨ ਦੀ ਗੱਲ ਹੈਗੀ ਆ ਕਿ ਜਿਹੜਾ ਇਹਨਾਂ ਦੇ ਵਿੱਚ ਦੋਨਾਂ 'ਚ ਡਿਫਰੈਂਸ ਆ, ਵੈਨ ਏ ਵੀਕ ਇਜ਼ ਓਵਰ। ਇੱਥੇ ਹੁਣ ਗੱਲ ਕੀਤੀ ਆ ਵੈਨ ਜਦੋਂ ਵੀਕ ਜਿਹੜਾ ਓਵਰ ਹੋ ਗਿਆ, ਠੀਕ ਹੈ, ਤਾਂ ਉਦੋਂ ਦੀ ਗੱਲ ਕੀਤੀ। ਇੱਥੇ ਜਿਹੜੀ ਗੱਲ ਕੀਤੀ ਆ ਬਿਫੋਰ ਆ ਵੀਕ ਇਜ਼ ਓਵਰ, ਵੀਕ ਓਵਰ ਹੋਣ ਤੋਂ ਪਹਿਲਾਂ ਦੀ ਗੱਲ, ਠੀਕ ਹੈ। ਮਤਲਬ ਇਹਨਾਂ ਨੂੰ ਅਲੱਗ ਵੇ ਦੇ ਨਾਲ ਆਪਾਂ ਦੇਖੀਏ ਤਾਂ ਇਹਨੂੰ ਜਿਹੜਾ ਇਸ ਢੰਗ ਦੇ ਨਾਲ ਯੂਜ਼ ਕੀਤਾ ਹੋਇਆ। ਬਾਕੀ ਇਹਨੂੰ ਹੋਰ ਐਗਜ਼ਾਮਪਲ ਤੁਸੀਂ ਕਰੋਗੇ ਤਾਂ ਹੋਰ ਜ਼ਿਆਦਾ ਤੁਹਾਨੂੰ ਜਿਹੜਾ ਹੈਗਾ ਇਹਨੂੰ ਜਿਹੜਾ ਦੋਨਾਂ ਦੇ ਵਿੱਚ ਡਿਫਰੈਂਸ ਹੈਗਾ ਤੁਹਾਨੂੰ ਕਲੀਅਰ ਹੋਊਗਾ। ਓਕੇ, ਅੱਗੇ ਆਪਾਂ ਕਰਾਂਗੇ ਨੈਕਸਟ ਟਾਈਮ। ਓਕੇ, ਥੈਂਕ ਯੂ।